पंजाब दा एक अजिहा पिंड है पायल, जिथे कि रावण दहन नहीं किया जाता। दुशहरे वाले दिन उत्थे रावण की पूजा की जाती है। ਅਸੀਂ ਤਾਂ पूछते हैं जी, शुरू तो पूछते आ रहे हैं और साक्षात है भी ने वो बहुत बंदियां ने साक्षात देखा भी है। ਉਹਨਾਂ ਦਾ ਤੇਜ ਜੋ ਸੀ ਰਾਵਣ ਦਾ ਉਹ ਮਹਿਸੂਸ ਹੁੰਦਾ ਜਦੋਂ ਆਪਾਂ ਕੋਲ ਖੜ ਕੇ ਕੰਮ ਕਰਦੇ ਆ। ਕੋਈ ਮੱਥਾ ਟੇਕਿਆ ਜਾਂਦਾ, ਸ਼ਰਾਬ ਚੜ੍ਹਦੀ ਹੈ, ਠੀਕ ਹੈ, ਜੋ ਉਹਨਾਂ ਦਾ ਮदिरा ਪਾਨ ਸੀਗਾ। ਫਿਰ ਬੱਕਰੇ ਦਾ ਹਲਕਾ ਕੰਨ ਕੱਟ ਕੇ ਉਹਨਾਂ ਨੂੰ ਖੂਨ ਦੇ ਦੇਈਦਾ। ਲਾਸਟ ਟਾਈਮ ਵੀ ਦੁਸ਼ਹਿਰਾ ਤੇ ਇੱਕ ਇਨਸਾਨ ਸੀ, ਉਹਨਾਂ ਨੇ ਆਪਣਾ ਹੱਥ ਕੱਟ ਕੇ ਖੂਨ ਚੜਾਇਆ ਇਹਨਾਂ ਨੂੰ। सत श्री अकाल, तुसीं देख रहे हो RMB टैलीविजन। मैं चंदन। जे भारत की गल करिए तो भारत दे विच दुशहरे का त्यौहार बड़े ही धूमधाम नाल मनाया जाता है। हर साल रावण का बुत जला के नेकी की जित नूं बदी दी प्रति जिहड़ी नेकी की जित है उसनूं बदी ते एक जित कहा जाता है, तो इसनूं एक जित का प्रतीक मन्निया जाता है। इस दे चलदिआं पूरे देश के अंदर श्री रामचंद्र जी की पूजा की जाती है, तो दूसरे पासे रावण दहन किया जाता है। उस तो बाद आतिशबाजी हुंदी है, तो खुशियां मनाईयां जांदियां ने रावण दहन करन तो बाद। पर पंजाब दा एक अजिहा पिंड है पायल, जिथे कि रावण दहन नहीं किया जाता। दुशहरे वाले दिन उत्थे रावण की पूजा की जाती है। इसका पहला बहुत सारे लोगों ने विरोध भी जताया, पर कई सदियां तक ये प्रथा इस तरह चलती आ रही है। तो अज भी पायल पिंड दे विच दुशहरे वाले दिन जिहड़ा वो रावण की पूजा ही की जाती है, रावण दहन नहीं किया जाता। सो इस चलते अज असीं पायल पिंड दे विच पहुंचे हाँ। इत्थे बहुत सारिया धारनावां बणियां होईयां ने इस चीज़ नूं लैके, उन्हां सारियां नूं दूर करते हुए कि की सच्चाई हैगी है कि नहीं। आपां सारा सच तुहाडे रूबरू करांगे कि इत्थे आखिरकार रावण नूं जलाया क्यों नहीं जाता, जबकि पूरे भारत दे विच जलाया जाता है। इत्थों के लोगों का की कहना है, इत्थों के लोगों के दिल में अजिहे की ख्याल ने। सो इत्थों के एक वसनीक रुपिंदर सिंह साहब जुड़ चुके हैं, उन्होंने नाल गलबात करते हैं। सर, सब तो पहला बहुत बहुत स्वागत है। थैंक यू जी, थैंक यू। जिवें कि मैं पहला भी गल की कि इस पायल पिंड दे विच रावण नूं जलाया नहीं जाता, पर जे इस बुत की गल करिए तो इस बुत दे नाल ही इत्थे श्री रामचंद्र जी का मंदिर बनया होया है। इत्थे रामचंद्र जी की पूजा की जाती है, तो इसके बिल्कुल बाहर रावण का बुत बनया होया जिथे रावण की पूजा की जाती है। इस पूरी की कहानी है? एक्चुअली सेइंग मैम ये है कि जलाया नहीं जाता, ये बिल्कुल गलत आ। ये क्योंकि ਆਪਾਂ ਹਲਕੀ ਅਗਨੀ ਦਿੰਨੇ ਹੀ ਦਿੰਨੇ ਆ, ਕਿਉਂਕਿ ਜੋ ਉਹਨਾਂ ਦਾ ਸਟੈਚੂ ਡਾਈਂਗ ਉਹਨਾਂ ਦੀ ਸ਼ੋ ਕਰਨੀ ਹੁੰਦੀ ਆ, ਉਹ ਅਸੀਂ ਪ੍ਰਥਾ ਪੂਰੀ ਕਰਦੇ ਆ ਜੀ, ਠੀਕ ਹੈ ਜੀ। ਤੇ ਜਿੱਥੇ ਰਹੀ ਪੂਜਨ ਦੀ, ਹਾਂਜੀ ਪੂਜਨ ਹੁੰਦਾ, ਰਾਵਣ ਦਾ ਬਕਾਇਦਾ ਪੂਜਨ ਹੁੰਦਾ। ਉਹਨਾਂ ਨੂੰ ਮੱਥਾ ਟੇਕਿਆ ਜਾਂਦਾ, ਸ਼ਰਾਬ ਚੜ੍ਹਦੀ ਹੈ, ਠੀਕ ਹੈ, ਜੋ ਉਹਨਾਂ ਦਾ ਮदिरा ਪਾਨ ਸੀਗਾ। ਫਿਰ ਬੱਕਰੇ ਦਾ ਹਲਕਾ ਕੰਨ ਕੱਟ ਕੇ, ਠੀਕ ਹੈ, ਹੌਲੀ ਹੌਲੀ ਪ੍ਰਥਾ ਖਤਮ ਕਰ ਦਿੱਤੀ ਆਪਾਂ ਨੇ। ਪਹਿਲਾਂ ਬਲੀ ਦਿੰਦੇ ਸੀ, ਹੁਣ ਹਲਕਾ ਕੰਨ ਕੱਟ ਕੇ ਉਹਨਾਂ ਨੂੰ ਖੂਨ ਦੇ ਦੇਈਦਾ, ਠੀਕ ਹੈ ਜੀ, ਜਿਹਦੇ ਨਾਲ ਉਹਨਾਂ ਦੀ ਬਲੀ ਦੀ ਪ੍ਰਥਾ ਵੀ ਪੂਰੀ ਹੋ ਜਾਂਦੀ ਆ। ਸਾਡੇ ਵੱਲੋਂ ਕਿਸੇ ਜਾਨਵਰ ਨੂੰ ਨੁਕਸਾਨ ਨਹੀਂ ਦਿੱਤਾ ਜਾਂਦਾ, ਠੀਕ ਹੈ। ਤੇ ਰਾਮ ਮੰਦਰ ਦਾ ਤਾਂ ਪਹਿਲਾਂ ਤੋਂ ਹੀ ਇਤਿਹਾਸ ਬਹੁਤ ਤਕੜਾ ਜੀ। ਰਾਵਣ ਜੀ ਵੀ ਤਾਂ ਹੀ ਖੜੇ ਹੋਏ ਸੀ, ਜਦੋਂ ਰਾਮ ਜੀ ਨੂੰ ਤਾਂ ਹੀ ਜਨਮ ਲੈਣਾ ਪਿਆ ਸੀ, ਅਗਰ ਰਾਵਣ ਖੜੇ ਸੀਗੇ। ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਇੱਥੇ ਬਲੀ ਦੀ ਪ੍ਰਥਾ ਸੀਗੀ, ਫਿਰ ਤੁਸੀਂ ਹੌਲੀ ਹੌਲੀ ਖਤਮ ਕਰ ਦਿੱਤੀ, ਤੇ ਹੁਣ ਸਿਰਫ ਹਲਕਾ ਕੰਨ ਕੱਟ ਕੇ ਜਿਹੜਾ ਖੂਨ ਚੜਾਇਆ ਜਾਂਦਾ ਹੈ। ਜਿੱਥੋਂ ਤੱਕ ਮੈਂ ਪੜ੍ਹਿਆ, ਜਦ ਤੱਕ ਮੈਂ ਸੁਣਿਆ, ਰਾਵਣ ਖੁਦ ਜਿਹੜੇ ਹੈਗੇ ਨੇ ਉਹ ਇਸ ਬਲੀ ਦੇ ਬਿਲਕੁਲ ਖਿਲਾਫ ਸੀਗੇ। ਅਸੀਂ ਤਾਂ ਨਹੀਂ ਦੇਖਿਆ ਜੀ ਕਿਤੇ। ਬਲੀ ਸੀ, ਬਲੀ ਉਹਨਾਂ ਦੇ ਰਾਵਣ ਪ੍ਰਵਿਰਤੀ ਕਰਕੇ, ਜੋ ਉਹਨਾਂ ਦੀ ਰਾਖਸ਼ ਪ੍ਰਵਿਰਤੀ ਸੀ, ਉਸ ਲਈ ਬਲੀ ਦਿੱਤੀ ਜਾਂਦੀ ਸੀ, ਨਾ ਕਿ ਉਹਨਾਂ ਦੀ ਜੋ ਉਹ ਸਾਖਸ਼ਾਤ ਸੀ। ਕਿਉਂਕਿ ਉਹਨਾਂ ਤੋਂ ਵੱਡਾ ਵਿਦਵਾਨ ਪੂਰੀ ਦੁਨੀਆ 'ਚ ਨਾ ਕਦੇ ਹੋਇਆ, ਨਾ ਕਦੇ ਹੋਣਾ। ਚਾਰੋਂ ਵੇਦ ਕੰਠ ਸੀਗੇ ਉਹਨਾਂ ਨੂੰ, ਜੋ ਵੀ ਉਹਨਾਂ ਨੇ ਕੀਤਾ, ਉਹਨਾਂ ਨੂੰ ਗਿਆਤ ਸੀ ਕਿ ਹਾਂ ਇਹ ਮੇਰੀ ਮ੍ਰਿਤਿੂ ਦਾ ਕਾਰਨ ਬਣੂਗਾ, ਪਰ ਉਹਨਾਂ ਨੇ ਫਿਰ ਵੀ ਉਹ ਕੰਮ ਕੀਤਾ ਸਿਰਫ ਆਪਣੀ ਭੈਣ ਦੀ ਇੱਜ਼ਤ ਰੱਖਣ ਵਾਸਤੇ। ਤੇ ਇੱਥੋਂ ਦੇ ਜਿਹੜੇ ਲੋਕ ਨੇ ਉਹ ਫਿਰ ਜਿੱਦਣ ਇਹ ਦੁਸਹਿਰਾ ਹੁੰਦਾ ਸਾਰੇ ਇਕੱਠੇ ਹੋ ਕੇ ਪੂਜਾ ਕਰਦੇ ਨੇ। ਹਾਂਜੀ, ਸਭ ਪੂਜਾ ਕਰਦੇ ਨੇ, ਮੱਥਾ ਟੇਕਦੇ ਨੇ, ਬਕਾਇਦਾ ਜੌ ਚੜਾਉਂਦੇ ਨੇ। ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਮੱਥਾ ਟੇਕਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਹੈ ਜੀ, ਮੰਦਿਰ ਦੇ ਅੰਦਰ ਵੀ ਤੇ ਰਾਵਣ ਕੋਲ ਵੀ। ਤੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਉਹਦੇ? ਹਾਂਜੀ, ਸਭ ਧਰਮਾਂ ਦੇ, ਕੋਈ ਇੱਥੇ ਉਹ ਨਹੀਂ ਹੈ ਵੀ ਹਾਂ ਤੁਸੀਂ ਬਈ ਹਿੰਦੂ ਫੈਮਿਲੀ ਵਾਲੇ ਹੀ ਮੱਥਾ ਟੇਕਣਗੇ। ਸਾਰੇ ਟੋਟਲੀ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਆਉਂਦੇ ਨੇ, ਈਵਨ ਲੁਧਿਆਣਾ ਤੋਂ ਬਹੁਤ ਆਉਂਦੇ ਨੇ, ਜਿਹੜੇ ਮੱਥਾ ਬਹੁਤ ਹੀ ਰੀਝ ਨਾਲ ਰਾਵਣ ਲਈ ਸਪੈਸ਼ਲ ਆਉਂਦੇ ਨੇ ਕਿ ਅਸੀਂ ਰਾਵਣ ਨੂੰ ਮੱਥਾ ਟੇਕਣਾ। ਲਾਸਟ ਟਾਈਮ ਵੀ ਦੁਸ਼ਹਿਰਾ ਤੇ ਇੱਕ ਇਨਸਾਨ ਸੀ, ਉਹਨਾਂ ਨੇ ਆਪਣਾ ਹੱਥ ਕੱਟ ਕੇ ਖੂਨ ਚੜਾਇਆ ਇਹਨਾਂ ਨੂੰ। ਅੱਛਾ ਜੀ। ਉਹ ਕਹਿੰਦੇ ਮੈਨੂੰ ਮੇਰੇ ਕੰਮ ਸਿੱਧੇ ਕਰ ਰਹੇ ਨੇ, ਮੈਂ ਇਸ ਕਰਕੇ ਇਹਨਾਂ ਨੂੰ ਆਪਣੇ
ਚੀਜ਼ ਦੇ ਕੇ ਜਾਣਾ। ਕਹਿੰਦੇ ਮੈਂ 4 ਸਾਲ ਤੋਂ ਦਿਨ ਆ ਰਿਹਾ ਸੀ, ਅਸੀਂ ਲਾਸਟ ਈਅਰ ਦੇਖਿਆ ਜੀ। ਤੇ ਜਿਵੇਂ ਤੁਸੀਂ ਕਿਹਾ ਕਿ ਇੱਥੇ 4 ਸਾਲ ਤੋਂ ਕੋਈ ਆ ਰਿਹਾ, ਕੋਈ ਪੁੱਛ ਰਿਹਾ, ਕੋਈ ਕਿੱਦਾਂ ਪਹਿਲਾਂ ਸੁਣਿਆ ਕਿ ਇੱਥੇ ਵਿਰੋਧ ਵੀ ਕਾਫੀ ਹੋਇਆ ਇਸ ਚੀਜ਼ ਦਾ। ਵਿਰੋਧ ਹੋਇਆ ਜੀ, ਕਹਿੰਦੇ ਰਾਵਣ ਨੂੰ ਰਾਖਸ਼ ਪ੍ਰਵਿਰਤੀ ਕਰਕੇ ਕਹਿੰਦੇ ਸੀਗੇ ਕਿ ਪਿੰਡ ਦੇ ਚੜ੍ਹਦੇ ਵਾਲਾ ਜਾਂ ਕੁਝ ਵੀ ਸਟਾਰਟਿੰਗ 'ਚ ਕਿ ਪਿੰਡ ਦੀ ਡਿਵੈਲਪਮੈਂਟ ਨਹੀਂ ਹੋ ਰਹੀ, ਤਾਂ ਕੋਈ ਰਿਪਿਊਟਡ ਫੈਮਲੀਜ਼ ਸੀਗੀਆਂ ਉਹਨਾਂ ਵੱਲੋਂ ਇਹ ਗਿਰਾ ਦਿੱਤਾ ਗਿਆ ਸੀਗਾ ਜੀ। ਉਸ ਦਾ ਫਿਰ ਅੱਗੋਂ ਇਹਨਾਂ ਵੱਲੋਂ ਹਕੀਮਾਂ ਵੱਲੋਂ ਜੋ ਮੰਦਿਰ ਦੇ ਕਰਤਾ ਧਰਤਾ ਨੇ ਇਹਨਾਂ ਵੱਲੋਂ ਲੈਟਰ ਭੇਜਿਆ ਗਿਆ ਸੈਂਟਰ ਗਵਰਨਮੈਂਟ ਨੂੰ, ਫਿਰ ਇੱਕ ਸ਼੍ਰੀਲੰਕਨ ਗਵਰਨਮੈਂਟ ਨੂੰ ਭੇਜਿਆ ਗਿਆ। ਸ਼੍ਰੀਲੰਕਾ ਗਵਰਨਮੈਂਟ ਤੋਂ ਆਰਡਰਸ ਆਏ, ਉਹਨਾਂ ਨੇ ਕੋਲ ਖੜ ਕੇ ਇੱਥੇ ਛਾਵਣੀ ਬਣ ਗਈ ਸੀ ਜੀ ਪੁਲਿਸ ਵਾਲਿਆਂ ਦੀ। ਅੱਛਾ ਕਿ ਕਿਉਂ ਢਾਇਆ ਗਿਆ, ਉਹਨਾਂ ਨੇ ਖੜ ਕੇ ਬਣਵਾਇਆ ਦੁਬਾਰਾ। ਸਾਡੀ ਤਾਂ ਸੁਰ ਤੋਂ ਪਹਿਲਾਂ ਦੀ ਗੱਲ ਆ, ਮਤਲਬ ਜਾਣੀ ਕਿ ਸਾਨੂੰ ਸਾਰਾ ਦੱਸਿਆ ਗਿਆ ਕਿ ਹਾਂਜੀ ਇੱਦਾਂ ਦਾ ਕਰਕੇ। ਇੰਦਰਾ ਗਾਂਧੀ ਦਾ ਲੈਟਰ ਵੀ ਪਿਆ ਅੱਛਾ ਜੀ। ਇਹਨਾਂ ਕੋਲ ਸੰਭਾਲਿਆ ਹੋਇਆ। ਅੱਛਾ। ਹੁਣ ਤਾਂ ਨਹੀਂ ਪਤਾ ਕਿਉਂਕਿ ਮੈਂ ਤਾਂ ਦੇਖਿਆ ਤਾਂ 3-4 ਸਾਲ ਪਹਿਲਾਂ। ਅੱਛਾ ਜੀ। ਹਾਂਜੀ। ਤੇ ਜਦੋਂ ਇੱਥੇ ਦੁਸ਼ਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਹੁੰਦੀ ਹੈ ਤਾਂ ਫਿਰ ਰਾਮਲੀਲਾ ਵੀ ਹੁੰਦੀ, ਕਿਉਂਕਿ ਜੇ ਆਪਾਂ ਸ਼੍ਰੀਲੰਕਾ ਦੀ ਗੱਲ ਕਰੀਏ ਤਾਂ ਉੱਥੇ ਜੇ ਰਾਵਣ ਦੀ ਪੂਜਾ ਕਰਦੇ ਫਿਰ ਰਾਮਲੀਲਾ ਨਹੀਂ ਕਰਦੇ। ਨਹੀਂ, ਆਪਣੇ ਰਾਮਲੀਲਾ ਹੁੰਦੀ ਹੈ ਜੀ। ਇਹਨਾਂ ਦੀ ਪ੍ਰਥਾ ਸ਼ੁਰੂ ਤੋਂ ਚੱਲੀ ਆ ਰਹੀ ਹੈ ਕਿ 10 ਦਿਨ ਇਹਨਾਂ ਨੇ ਰਾਮ ਦੀ ਲੀਲਾ ਦਿਖਾਉਣੀ ਹੈ ਜੀ। ਤੇ ਸੂਰਜ ਤੋਂ ਪਹਿਲਾਂ ਇਹਨਾਂ ਨੂੰ ਅਗਨੀ ਦੇਣੀ ਹੈ ਜੀ। ਅਗਨੀ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਹਲਕੀ ਅਗਨੀ ਆਪਾਂ ਉੱਪਰ ਇੱਕ ਅੱਧਾ ਪਟਾਕਾ ਛੋਟਾ ਜਿਹਾ ਰੱਖ ਕੇ ਹਲਕੀ ਪਰਾਲੀ ਪਾ ਕੇ ਉਹ ਅਗਨੀ ਦੇ ਦਿੰਦੇ ਆ, ਪੂਰਾ ਬੁੱਤ ਨਹੀਂ ਜਲਦਾ ਜੀ। ਠੀਕ ਹੈ। ਅਗਰ ਫਾਇਰਵਰਕਸ ਆਪਾਂ ਦੇਣਾ ਵੀ ਆ ਤਾਂ ਆਪਾਂ ਜਿਹੜੇ ਸ਼ਾਟਸ ਹੁੰਦੇ ਨੇ ਲੈ ਆਉਂਦੇ ਆ, ਉਹ 1-2 ਸ਼ਾਟਸ ਚਲਾ ਦਿੰਦੇ ਆ ਵੀ ਲੋਕਾਂ ਨੂੰ ਇਦਾਂ ਰਹੇ ਕਿ ਹਾਂ ਰਾਵਣ ਵਾਸਤੇ ਪਟਾਕੇ ਚੱਲੇ ਨੇ। ਅਸੀਂ ਤਾਂ ਪੁੱਛਦੇ ਹੀ ਆ ਜੀ, ਸ਼ੁਰੂ ਤੋਂ ਪੁੱਛਦੇ ਆ ਰਹੇ ਆ, ਔਰ ਸਾਕਸ਼ਾਤ ਹੈ ਵੀ ਨੇ ਉਹ। ਬਹੁਤ ਬੰਦਿਆਂ ਨੇ ਸਾਕਸ਼ਾਤ ਦੇਖਿਆ ਵੀ ਹੈ। ਪਹਿਲਾਂ ਧਾਰਨਾ ਇਹ ਸੀਗੀ ਕਿ ਇਹਨਾਂ ਦੇ ਪੈਰਾਂ ਦੀ ਧਮਕ ਵੀ ਸੁਣਦੀ ਆ ਤੁਰਦਿਆਂ ਦੀ ਰਾਤ ਨੂੰ। ਪਹਿਲਾਂ ਧਾਰਨਾ ਇਹ ਵੀ ਚੱਲਦੀ ਆ ਰਹੀ ਸੀ। ਅਸੀਂ ਤਾਂ ਨਹੀਂ, ਚਲੋ ਖੈਰ ਅਸੀਂ ਇਹਨਾਂ ਦੀ ਸ਼ਕਤੀ ਦੇਖੀ ਹੈ ਕਿਉਂਕਿ ਸਾਨੂੰ ਕਈ ਵਾਰੀ ਸੇਵਾ ਕਰਨ ਦਾ ਜ਼ਿਆਦਾ ਨੇੜੇ ਤੋਂ ਮੌਕਾ ਮਿਲਦਾ ਤਾਂ ਉਹਨਾਂ ਦਾ ਤੇਜ ਜੋ ਸੀ ਰਾਵਣ ਦਾ ਉਹ ਮਹਿਸੂਸ ਹੁੰਦਾ ਜਦੋਂ ਆਪਾਂ ਕੋਲ ਖੜ ਕੇ ਕੰਮ ਕਰਦੇ ਹਾਂ ਕੋਈ। ਉਹਨਾਂ ਦਾ ਪੂਰਾ ਤੇਜ ਜੋ ਅਗਨੀ ਵਾਲਾ ਤੇਜ ਸੀਗਾ ਉਹ ਮਹਿਸੂਸ ਹੁੰਦਾ ਕੋਲ। ਅੱਛਾ ਜੀ। ਤੇ ਫਿਰ ਤੁਸੀਂ ਵੀ ਰਾਵਣ ਦੀ ਪੂਜਾ ਕਰਦੇ ਹੋ ਇੱਥੇ? ਹਾਂਜੀ, ਮੈਂ ਕਰਦਾ ਜੀ। ਮੈਨੂੰ ਅਪਰੋਕਸੀਮੇਟ 6 ਇਅਰਸ ਹੋ ਗਏ। ਮੈਂ ਰਾਵਣ ਦਾ ਪਲੇ ਵੀ ਕਰਦਾ ਜੀ। ਅੱਛਾ ਜੀ, ਤੁਸੀਂ ਰਾਵਣ ਦਾ ਪਲੇ ਵੀ ਕਰਦੇ? ਹਾਂਜੀ ਹਾਂ। ਸੋ ਇਹ ਸਨ ਰੁਪਿੰਦਰ ਜੋ ਕਿ ਇਹ ਸਾਰੀਆਂ ਗੱਲਾਂ ਸਾਨੂੰ ਦੱਸ ਰਹੇ ਨੇ ਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੇ ਉਹਨਾਂ ਨੂੰ ਮਹਿਸੂਸ ਹੁੰਦੇ ਨੇ ਰਾਵਣ, ਤੇ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ, ਜਿਸ ਦੇ ਚੱਲਦਿਆਂ ਲੋਕ ਹਰ ਸਾਲ ਇੱਥੇ ਆਉਂਦੇ ਨੇ ਤੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਇੱਥੇ। ਤੇ ਹੋਰ ਇੱਥੋਂ ਦੇ ਹੋਰ ਵਸਨੀਕ ਵੀ ਹੁਣ ਸਾਡੇ ਨਾਲ ਮੌਜੂਦ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਜਾਰੀ ਰੱਖਦੇ ਹਾਂ। ਸੋ ਹੁਣ ਸਾਡੇ ਨਾਲ ਇੱਥੋਂ ਦੇ ਵਸਨੀਕ ਗੁਰਦੀਪ ਸਿੰਘ ਕਾਲੀ ਹੁਣੀ ਮੌਜੂਦ ਨੇ ਜੋ ਕਿ ਇੱਥੋਂ ਦੇ ਇੰਡੀਪੈਂਡੈਂਟ MLA ਦੇ ਵਜੋਂ ਜਿਹੜੀ ਚੋਣ ਵੀ ਲੜ ਚੁੱਕੇ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਧੰਨਵਾਦ। ਤੇ ਜਿਵੇਂ ਕਿ ਇੱਥੋਂ ਦੇ ਲੋਕ ਦੱਸਦੇ ਨੇ ਕਿ ਇੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ, ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇੱਥੇ ਉਹਨਾਂ ਨੂੰ ਰਾਵਣ ਮਹਿਸੂਸ ਵੀ ਹੁੰਦੇ ਨੇ, ਹੈ ਨਾ। ਸੋ ਇੱਥੋਂ ਦੇ ਲੋਕ ਜਲਾਉਂਦੇ ਨਹੀਂ ਹੈਗੇ ਪੂਰਨ ਤੌਰ ਤੇ ਰਾਵਣ ਨੂੰ। ਤੁਹਾਡਾ ਇਸ ਬਾਬਤ ਤੇ ਕੀ ਕਹਿਣਾ? ਦੇਖੋ, ਦੁਨੀਆ ਦੇ ਉੱਤੇ ਉਹਨਾਂ ਲੋਕਾਂ ਦੀ ਪੂਜਾ ਕੀਤੀ ਜਾਂਦੀ ਹੈ ਜੋ ਆਪਣੇ ਧਰਮ ਲਈ, ਦੇਸ਼ ਲਈ, ਸਮਾਜ ਲਈ ਕੁਝ ਕਰਦੇ ਨੇ। ਰਾਵਣ ਇੱਕ ਬਹੁਤ ਵਧੀਆ ਰਾਜਾ ਸੀਗਾ, ਸੋਲਿਡ ਰਾਜਾ ਸੀ। ਸਟੇਟ ਸੀ ਜਿਹੜੀ ਉਹਦੀ ਸਾਧਨ ਸੰਪੰਨ ਸੀ। ਤਾਂ ਜਿਹੜੇ ਇਹ ਨਾਗਵੰਸ਼ੀਆਂ ਦਾ ਰਾਜ ਹੋਇਆ ਪੂਰੇ ਸ਼੍ਰੀਲੰਕਾ ਤੋਂ ਲੈ ਕੇ ਨਾਰਥ ਇੰਡੀਆ, ਭਾਰਤ, ਅਫਗਾਨਿਸਤਾਨ ਵੱਡੀ ਇੱਕ ਸਟੇਟ ਸੀ। ਤਾਂ ਉਹਨਾਂ ਦੇ ਨਾਗਵੰਸ਼ੀ ਰਾਜੇ ਹੋਏ ਨੇ। ਤੁਸੀਂ 6ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ, ਜਦ ਆਪਾਂ ਬੁੱਧ ਧਰਮ ਪੜ੍ਹਦੇ ਹਾਂ, ਜਿਹੜੇ ਉਹ 10 ਰਾਜੇ ਹੋਏ ਨੇ। ਉਸ ਟਾਈਮ ਭਾਰਤ ਇੰਨਾ ਤਰੱਕੀ 'ਤੇ ਸੀ ਵੀ ਮੋਹਨਜੋਦੜੋ ਦੀਆਂ ਤੁਸੀਂ ਜਿਹੜੀਆਂ ਗੁਫਾਵਾਂ ਜਾਂ ਉੱਥੇ ਦੇਖ ਲਓ ਉੱਚਾ ਪਿੰਡ ਸੰਘੋਲ, ਤਾਂ ਜਿਹੜਾ ਜਿਸ ਟਾਈਮ ਯੂਰਪ ਸਟਰਗਲ ਕਰਦਾ ਸੀਗਾ ਅੱਪ ਹੋਣ ਦੇ ਲਈ, ਉਸ ਟਾਈਮ ਭਾਰਤ ਇੱਕ ਸਾਧਨ ਸੰਪੰਨ ਸੀ। ਤਕਸ਼ਿਲਾ ਯੂਨੀਵਰਸਿਟੀ ਦੇਖ ਲਓ, ਪਾਟਲੀਪੁੱਤਰ ਦੇਖ ਲਓ, ਉਹ ਉੱਥੇ ਵਿਦੇਸ਼ਾਂ ਤੋਂ ਲੋਕ ਪੜ੍ਹਨ ਆਉਂਦੇ ਸੀ। ਇੱਕ ਸਾਧਨ ਸੰਪੰਨ ਸਟੇਟ ਸੀ ਔਰ ਉਹਦੇ ਕਰਕੇ ਲੋਕ ਰਾਵਣ ਦੀ ਉਹਨਾਂ ਅਛਾਈਆਂ ਕਰਕੇ, ਉਹਦੇ ਵਧੀਆ ਸਟੇਟਸ ਕਰਕੇ, ਸਮਾਜ ਨੂੰ ਵਧੀਆ ਦੇਣ ਕਰਕੇ ਉਹਦੀ ਲੋਕ ਪੂਜਾ ਕਰਦੇ ਨੇ। ਔਰ ਜਿਹੜੀ ਗੱਲ ਤੁਸੀਂ ਕਹੀ ਬਈ ਇੱਥੇ ਦੇ ਧਾਰਨਾਵਾਂ ਬਹੁਤ ਨੇ। ਕੋਈ ਕਹਿੰਦਾ ਰਾਵਣ ਦਿਖਦਾ, ਨਹੀਂ ਦਿਖਦਾ। ਇਹ ਜਿਹੜਾ ਸਾਡਾ ਦੇਸ਼ ਹੈ ਇਹ ਅਫਵਾਹਾਂ 'ਤੇ ਔਰ ਪਖੰਡਵਾਦ 'ਤੇ ਜ਼ਿਆਦਾ ਵਿਸ਼ਵਾਸ ਕਰਦਾ, ਜਦ ਕਿ ਰਾਵਣ ਪੂਜਣ ਦਾ ਨਹੀਂ, ਰਾਵਣ ਨੂੰ ਉਹਦੇ ਕੀਤੇ ਹੋਏ ਕੰਮ, ਉਹਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ। ਹਾਂਜੀ।
ਤੇ ਜਿਵੇਂ ਤੁਸੀਂ ਕਿਹਾ ਕਿ ਉਹਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ, ਉਸ ਨੂੰ ਪੂਜਣ ਦੀ ਜ਼ਰੂਰਤ ਨਹੀਂ ਹੈ, ਉਸ ਤੋਂ ਸਿੱਖਣ ਦੀ ਜ਼ਰੂਰਤ ਹੈ ਨਾ। ਤੇ ਇੱਥੇ ਵੀ ਜਿਹੜੇ ਲੋਕ ਨੇ ਉਹ ਜਲਾਉਂਦੇ ਨਹੀਂ ਹੈਗੇ, ਜਿੱਦਾਂ ਕਿ ਪੂਜਾ ਕਰਦੇ ਨੇ। ਤੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਰਾਵਣ ਦੇ ਵਿੱਚ ਬਹੁਤ ਸਾਰੀਆਂ, ਮੰਨਣਾ ਕੀ ਹੈ, ਹੈਗੀਆਂ ਸੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਅੱਛਾਈਆਂ ਇੱਦਾਂ ਦੀਆਂ ਹੈਗੀਆਂ ਸੀਗੀਆਂ, ਤੇ ਉਹਨਾਂ ਨੂੰ ਸਰਵਉੱਚ ਬ੍ਰਾਹਮਣ ਵੀ ਕਿਹਾ ਜਾਂਦਾ ਹੈ। ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਸ਼ਾਇਦ ਅੱਜ ਇੱਥੇ ਲੋਕ ਪੂਜਾ ਕਰਦੇ ਨੇ। ਕੁਝ ਲੋਕ ਇਸ ਦੇ ਹੱਕ ਵਿੱਚ ਨੇ, ਕੁਝ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਨਹੀਂ, ਰਾਵਣ ਇੱਕ ਬਿਲਕੁਲ ਹੀ ਬੁਰਾ ਬੰਦਾ ਸੀਗਾ। ਇਸ ਗੱਲ ਤੋਂ ਬਿਲਕੁਲ ਕਿਨਾਰਾ ਕਰ ਜਾਂਦੇ ਨੇ ਕਿ ਬ੍ਰਾਹਮਣ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵਿੱਚ ਕੁਝ ਇੱਦਾਂ ਦੀਆਂ ਗੱਲਾਂ ਸੀਗੀਆਂ ਜਿਸ ਦੇ ਕਾਰਨ ਅੱਜ ਉਹਨਾਂ ਨੂੰ ਜਲਾਇਆ ਜਾਂਦਾ। ਦੇਖੋ, ਬ੍ਰਾਹਮਣ ਦਾ ਮਤਲਬ ਇੱਕ ਜਾਤੀ ਨਹੀਂ ਹੈ। ਗੁਰਬਾਣੀ 'ਚ ਲਿਖਿਆ ਵੀ ਜਿਹਨੂੰ ਬ੍ਰਹਮ ਦਾ ਗਿਆਨ ਆ ਉਹਨੂੰ ਬ੍ਰਾਹਮਣ ਕਿਹਾ ਜਾਂਦਾ। ਉਹ ਕਿਸੇ ਵੀ ਕਾਸਟ ਦਾ ਹੋ ਸਕਦਾ, ਉਹ ਜ਼ਰੂਰੀ ਨਹੀਂ ਹੈ ਵੀ ਉੱਚ ਜਾਤੀ ਲੋਕ ਹੋਣ। ਇੱਕ ਨੀਚ ਬੰਦਾ ਜਿਹਨੂੰ ਭਾਰਤੀ ਸਟੇਟ ਕਹਿੰਦੀ ਹੈ ਵੀ ਉਹਨਾਂ ਛੋਟੇ ਲੋਕ, ਉਹ ਵੀ ਵਿਦਵਾਨ ਹੋ ਸਕਦਾ। ਰਾਵਣ ਦੇ ਵਿੱਚ ਕੋਈ ਬੁਰਾਈ ਨਹੀਂ ਸੀ। ਮੈਂ ਜੋ ਮੰਨਦਾ, ਜੋ ਮੇਰਾ ਤਰਕ, ਆਪਣੇ ਹਰ ਇੱਕ ਦੇ ਤਰਕ ਨੇ। ਅਗਰ ਅੱਜ ਵੀ ਇੱਕ ਕਤਲ ਹੁੰਦੇ ਨੇ ਦੇਸ਼ ਦੇ ਅੰਦਰ, ਜਿਹਨੂੰ ਆਪਾਂ ਕਹੀਏ ਵੀ ਡਿਗਨਿਟੀ ਦੇ ਨਾਂ ਦੇ ਉੱਤੇ ਵੀ ਅਸੀਂ ਸਾਡੀ ਕੁੜੀ ਨੂੰ ਛੇੜਿਆ, ਤਾਂ ਉਹਦੇ ਅਸੀਂ ਜਦ ਸਾਡੀ ਧੀ ਭੈਣ ਨੂੰ ਕੋਈ ਛੇੜਦਾ ਸੀ, ਉਹ ਬੰਦੇ ਨੂੰ ਵੱਢ ਦਿੰਦੇ ਆ, ਮਾਰ ਦਿੰਦੇ ਆ। ਤੁਸੀਂ ਆਮ ਇਹ ਅਖਬਾਰਾਂ 'ਚ, ਟੀਵੀ 'ਚ ਚੱਲਦਾ। ਉਹ ਐਡਾ ਵੱਡਾ ਰਾਜਾ ਹੋਵੇ, ਉਹਦੀ ਭੈਣ ਨਾਲ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਛੇੜਛਾੜ ਜਾਂ ਕਿਸ ਤਰ੍ਹਾਂ ਦਾ ਵੀ ਦੁਰਵਿਹਾਰ ਕੀਤਾ, ਤਾਂ ਉਹ ਕਿਵੇਂ ਪੋਸੀਬਿਲਿਟੀ ਹੋ ਸਕਦੀ ਕਿ ਉਹ ਰਾਜਾ ਆਪਣਾ ਬਦਲਾ ਨਹੀਂ ਲਊਗਾ। ਇਸ ਲਈ ਕੋਈ ਵੀ ਭਾਈ ਹੈ, ਕੋਈ ਵੀ ਆਪਣੀ ਭੈਣ ਦੇ ਹੋਏ ਉਹਦੇ ਤੇ ਜ਼ਰੂਰ ਐਕਸ਼ਨ ਰਿਐਕਸ਼ਨ ਕਰਦਾ। ਉਹ ਉਸ ਟਾਈਮ ਕੀ ਸਰਕਮਸਟੈਂਸਸ ਬਣਦੇ ਨੇ ਉਹ ਇਤਿਹਾਸ ਨੂੰ ਪਤਾ। ਤੋ ਜਿਹੜੀ ਇਹ ਹੋਈ ਹੈ, ਜੇ ਆਪਾਂ ਇੱਕ ਗੱਲ ਕਹੀਏ ਵੀ ਉਹਨੇ ਸੀਤਾ ਦਾ ਦਾਹਨ ਕਰ ਲਿਆ, ਹਰਨ ਕਰ ਲਿਆ, ਉਹਦੇ ਕਰਕੇ ਉਹ ਬੁਰਾ ਹੋ ਗਿਆ, ਉਹ ਇੱਕ ਬੁਰਾਈ ਪਿੱਛੇ ਜਾਂ ਇੱਕ ਉਹ ਘਟਨਾ ਪਿੱਛੇ ਆਪਾਂ ਉਹਦੇ ਪੂਰੇ ਜੀਵਨ ਨੂੰ ਮਾੜਾ ਨਹੀਂ ਕਹਿ ਸਕਦੇ। ਜੇ ਤੁਸੀਂ, ਮੈਂ ਕਹਿੰਦਾ ਵੀ ਭਾਰਤ ਵਰਸ਼ ਨੂੰ ਪੜ੍ਹੋ, ਤਾਂ ਭਾਰਤ ਵਰਸ਼ ਦਾ ਅੱਜ ਤੱਕ ਦਾ ਜੇ ਕੋਈ ਸੋਲਿਡ ਰਾਜਾ ਹੋਇਆ ਜਾਂ ਸਟੇਟ ਚੱਲੀਆਂ ਨੇ, ਉਹ ਸਭ ਤੋਂ ਵੱਧ ਇਸ ਰਾਵਣ ਦੀ ਰਹੀ ਹੈ ਜਾਂ ਨਾਗਵੰਸ਼ੀਆਂ ਦੀ ਰਹੀ ਹੈ। ਇਸ ਲਈ ਇੱਕ ਗੱਲ ਨੂੰ ਕਹਿ ਦੇਣਾ ਵੀ ਇਸ ਤਰ੍ਹਾਂ ਕਰਕੇ ਉਹ ਬੁਰਾਈ ਨਹੀਂ। ਅੱਜ ਤੁਸੀਂ ਦੇਖੋ ਘਰ ਘਰ ਰਾਵਣ ਬੈਠੇ ਨੇ। ਜੇ ਆਪਾਂ ਉਹਦੀ ਇੱਕ ਬੁਰਾਈ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਭਾਰਤੀ ਸਟੇਟ ਆ, ਜਿਹੜੇ ਇੱਥੇ ਪੋਲੀਟੀਸ਼ੀਅਨ ਨੇ ਉਹ ਸਾਨੂੰ ਲੁੱਟ ਰਹੇ ਨੇ, ਇੱਥੇ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਹੋ ਰਹੇ ਨੇ। ਸੋ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਹਰ ਵਾਰ ਅਸੀਂ ਰਾਵਣ ਨੂੰ ਫੂਕ ਦਿੰਦੇ ਹਾਂ, ਉਹਨੂੰ ਕਹਿੰਦੇ ਨੇਕੀ ਤੇ ਬਦੀ ਦੀ ਜਿੱਤ, ਇਹ ਗੱਲ ਨੂੰ ਛੱਡ ਕੇ ਉਹਦੇ ਜੋ ਕੀਤੇ ਹੋਏ ਪਾਏ ਹੋਏ ਪੂਰਨੇ ਨੇ, ਸਾਨੂੰ ਉਹਦੇ ਉੱਤੇ ਫੋਕਸ ਕਰਨਾ ਚਾਹੀਦਾ। ਨਾ ਕਿ ਆਪਾਂ ਆਪਣੀ ਸ਼ੋਸ਼ੇਬਾਜ਼ੀ ਨੂੰ ਕਰਨ ਦੇ ਲਈ ਅਸੀਂ ਪਟਾਕੇ ਜਲਾਈ ਜਾਂਦੇ ਹਾਂ, ਅਸੀਂ ਰਾਵਣ ਫੂਕੀ ਜਾਂਦੇ ਹਾਂ। ਇਹ ਜਿਹੜਾ ਸਟੈਚੂ ਬਣਾਇਆ ਸੀ, ਜਿਹੜੇ ਬਜ਼ੁਰਗ ਸੀ, ਉਹਨਾਂ ਦੀ ਬੜੀ ਵਧੀਆ ਸੋਚ ਸੀਗੀ ਵੀ ਅਸੀਂ ਹਰ ਵਾਰ ਇੱਥੇ ਲੱਕੜਾਂ ਇਕੱਠੀਆਂ ਕਰਦੇ ਹਾਂ, ਪਟਾਕੇ ਇਕੱਠੇ ਕਰਦੇ ਹਾਂ ਜਾਂ ਹੋਰ ਉਹਦੇ ਨਾਲ ਪੋਲਿਊਸ਼ਨ ਹੁੰਦਾ, ਤਾਂ ਉਹਨਾਂ ਨੇ ਸਟੈਚੂ ਬਣਾਤਾ ਵੀ ਇਹਨੂੰ ਫੂਕਣ ਦੀ ਲੋੜ ਨਹੀਂ ਹੈ, ਇਹਨੂੰ ਮੰਨਣ ਦੀ ਲੋੜ ਹੈ, ਇਹਨੂੰ ਪੂਜਣ ਦੀ ਲੋੜ ਆ। ਇਸ ਲਈ ਉਹਨਾਂ ਦੀ ਜਿਹੜੇ ਸਾਡੇ ਫੋਰਫਾਦਰ ਸੀਗੇ, ਉਹਨਾਂ ਦੀ ਬੜੀ ਵਧੀਆ ਸੋਚ ਸੀਗੀ, ਉਹਨਾਂ ਨੇ ਉਹਦੇ ਅਕੋਰਡਿੰਗ ਇਹਨੂੰ ਬਣਾਇਆ। ਤੋ ਜਿਵੇਂ ਕਿ ਸਾਨੂੰ ਦੱਸਿਆ ਸੀ ਕਿ ਸ਼੍ਰੀਲੰਕਾ ਤੋਂ ਬਾਅਦ ਭਾਰਤ ਦੇ ਪੰਜਾਬ ਦੇ ਵਿੱਚ ਇੱਕ ਅਜਿਹਾ ਪਿੰਡ ਜਾਂ ਸ਼ਹਿਰ ਕਹਿ ਲਓ ਹੈਗਾ ਜਿੱਥੇ ਕਿ ਰਾਵਣ ਨੂੰ ਨਹੀਂ ਜਲਾਇਆ ਜਾਂਦਾ। ਦੁਸਹਿਰੇ ਵਾਲੇ ਦਿਨ ਇੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ, ਉਸ ਨੂੰ ਜਲਾਇਆ ਨਹੀਂ ਜਾਂਦਾ। ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਲੋਕ ਸ਼੍ਰੀ ਰਾਮ ਚੰਦਰ ਦੀ ਪੂਜਾ ਨਹੀਂ ਕਰਦੇ ਜਾਂ ਉਹਨਾਂ ਨੂੰ ਨਹੀਂ ਪੂਜਦੇ, ਪਰ ਇਸ ਦੇ ਪਿੱਛੇ ਕਈ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਇੱਥੇ ਰਾਵਣ ਨੂੰ ਕਿਉਂ ਨਹੀਂ ਜਲਾਇਆ ਜਾਂਦਾ। ਕਈ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਦੇ ਇਸ ਪਾਇਲ ਪਿੰਡ ਦੇ ਵਿੱਚ ਜਿਹੜੇ ਰਾਵਣ ਦਾ ਵੰਸ਼ ਹੈ ਉਹ ਆਉਂਦਾ ਹੈ ਤੇ ਫਿਰ ਉਹ ਇੱਥੇ ਆ ਕੇ ਉਹਨਾਂ ਦੀ ਪੂਜਾ ਕਰਦਾ ਹੈ। ਕਈ ਇਹ ਵੀ ਕਹਿੰਦੇ ਨੇ ਕਿ ਇੱਥੇ ਸ਼੍ਰੀ ਰਾਮ ਚੰਦਰ ਜੀ ਦੀ ਪੀੜ੍ਹੀ ਜਿਹੜੀ ਹੈ ਉਹ ਤੁਰੀ ਜਾਂਦੀ। ਕਾਫੀ ਧਾਰਨਾਵਾਂ ਬਣੀਆਂ ਹੋਈਆਂ ਨੇ, ਪਰ ਅਸਲ ਸੱਚ ਕੀ ਹੈ ਉਹ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਂਗੇ। ਕਿਉਂਕਿ ਸਾਡੇ ਨਾਲ ਇੱਥੇ ਮੌਜੂਦ ਨੇ ਜਸਪਾਲ ਸਿੰਘ ਜੀ, ਜੋ ਇੱਥੋਂ ਦੇ ਵਸਨੀਕ ਨੇ, ਤੇ ਨਾਲ ਹੀ ਇੱਥੋਂ ਦੇ ਜਿਹੜੇ ਆਪਾਂ ਕਹਿ ਸਕਦੇ ਕਿ ਜਿਨ੍ਹਾਂ ਨੇ ਇਸ ਮੰਦਿਰ ਦਾ ਨਿਰਮਾਣ ਕਰਵਾਇਆ, ਉਹਨਾਂ ਦੀ 7ਵੀਂ ਪੀੜ੍ਹੀ ਤੋਂ ਦੂਬੇ ਜੀ ਸਾਡੇ ਨਾਲ ਮੌਜੂਦ ਨੇ। ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਤੇ ਸਾਰੀ ਸੱਚਾਈ ਤੁਹਾਡੇ ਰੂਬਰੂ ਕਰਦੇ ਹਾਂ। ਦੇਖਦੇ ਹਾਂ ਕਿ ਜਿੱਥੇ ਦੁਸਹਿਰੇ ਵਾਲੇ ਦਿਨ ਪੂਰੇ ਇੰਡੀਆ ਦੇ ਵਿੱਚ ਰਾਵਣ ਨੂੰ ਜਲਾਇਆ ਜਾਂਦਾ ਹੈ ਤੇ ਰਾਵਣ ਦਾ ਦਹਨ ਕੀਤਾ ਜਾਂਦਾ ਹੈ, ਉੱਥੇ ਹੀ ਇਸ ਪਿੰਡ ਦੇ ਵਿੱਚ, ਪਾਇਲ ਪਿੰਡ ਦੇ ਵਿੱਚ ਕਿਉਂ ਨਹੀਂ ਕੀਤਾ ਜਾਂਦਾ, ਸਾਰੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਦੋਵਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਜਿਵੇਂ ਕਿ ਦੁਬੇ ਜੀ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਤੁਸੀਂ ਉਹਨਾਂ ਦੀ 7ਵੀਂ ਪੀੜ੍ਹੀ ਦੇ ਵਿੱਚੋਂ ਹੋ ਜਿਨ੍ਹਾਂ ਨੇ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਸੀ। ਇਸੇ ਮੰਦਿਰ ਦੇ ਬਾਹਰ
ਇੱਕ ਰਾਵਣ ਦਾ ਬਹੁਤ ਵੱਡਾ ਬੁੱਤ ਬਣਿਆ ਹੋਇਆ ਹੈ, ਜਦ ਕਿ ਇਹ ਸ਼੍ਰੀ ਰਾਮਚੰਦਰ ਦਾ ਮੰਦਿਰ ਹੈ। ਇੱਥੇ ਤੁਸੀਂ ਮੰਦਿਰ ਦੇ ਅੰਦਰ ਰਾਮ ਜੀ ਦੀ ਪੂਜਾ ਕਰਦੇ ਹੋ ਤੇ ਬਾਹਰ ਤੁਸੀਂ ਰਾਵਣ ਦੀ ਪੂਜਾ ਕਰਦੇ ਹੋ, ਇਹ ਸਭ ਕਿਵੇਂ ਸੰਭਵ ਹੋਇਆ? ਉਹ ਐਸਾ ਨਹੀਂ, ਜਦੋਂ ਕੰਮ ਸ਼ੁਰੂ ਕਰਨੇ ਆ ਨਰਾਤਿਆਂ ਦੇ, ਪ੍ਰਭੂ ਰਾਮ ਦੇ ਚਰਨਾਂ 'ਚ ਪਹਿਲਾਂ ਨਰਾਤੇ ਦੇ ਆ ਕੇ ਝੰਡਾ ਦੀ ਸੈਰਮਨੀ ਕਰਦੇ ਆ, ਜੀ ਮੱਥਾ ਟੇਕਦੇ ਆ, ਪੰਡਤ ਜੀ ਤੋਂ ਪੂਜਨ ਕਰਵਾ ਕੇ ਸ਼ੁਰੂਆਤ ਕਰਵਾ ਕੇ ਫਿਰ ਉਸ ਤੋਂ ਬਾਅਦ ਰਾਵਣ ਦੇਵਤੇ ਦੇ ਜੀ ਸੱਚੂ ਦੀ ਉਹਦੀ ਪੂਜਾ ਕਰਦੇ ਆ, ਕਿਉਂਕਿ ਉਹ ਵੀ ਬ੍ਰਾਹਮਣ ਸੀ, ਚਾਰ ਵੇਦਾਂ ਦੇ ਗਿਆਨੀ ਸੀ, ਜੀ ਰਾਮ ਬੁਰਾਈ ਦੇ ਪ੍ਰਤੀਕ ਸੀ। ਚਲੋ ਠੀਕ ਹੈ ਕਿ ਉਹਨਾਂ ਦਾ ਪਾਲਣਾ ਪੋਸ਼ਣਾ ਰਾਖਸ਼ ਘਰ 'ਚ ਹੋਇਆ, ਜਨਮ ਤਾਂ ਬ੍ਰਾਹਮਣ ਦੇ ਘਰ 'ਚ ਹੋਇਆ ਸੀ। ਇਸ ਕਾਰਨ ਅਸੀਂ ਉਹਨੂੰ ਰਾਵਣ ਨੂੰ ਐਜ ਬ੍ਰਾਹਮਣ ਦੇ ਤੌਰ ਤੇ, ਸੰਤ ਦੇ ਤੌਰ ਤੇ ਉਹਨੂੰ ਅਸੀਂ ਮੰਨਦੇ ਆ। ਅਸੀਂ ਰਾਲੇ ਵੀ ਆ, ਬੁਰਾਈ ਦਾ ਪ੍ਰਤੀਕ ਥੋੜਾ ਜਿਹਾ ਫਾਰਮੈਲਿਟੀ ਉੱਤੇ ਰਾਵਣ ਦੇ ਉੱਤੇ ਸਟੈਚੂ ਤੇ ਅਸੀਂ ਥੋੜੇ ਬਹੁਤੇ ਕੱਪੜੇ ਕੁਪੜੇ ਪਾ ਕੇ ਉਹਨੂੰ ਐਜ ਪ੍ਰਤੀਕ ਕਰਨੇ ਕੇ ਲਈ ਵੀ ਬੁਰਾਈ ਦਾ ਪ੍ਰਤੀਕ ਦਿਲਾਤਾ, ਜੀ ਉਹ ਅਸੀਂ ਕਰਦੇ। ਜਿਵੇਂ ਕਿ ਇਹ ਮੰਦਿਰ ਜੋ ਹੈਗਾ ਇਹ 19ਵੀਂ ਸਦੀ ਦਾ ਬਣਿਆ ਹੋਇਆ ਹੈ। 1835 ਦੇ ਨਿਰਮਾਣ ਦੇ ਸਬੂਤ ਮਿਲੇ ਨੇ, ਜਿਵੇਂ ਕਿ ਤੁਸੀਂ ਪਹਿਲਾਂ ਵੀ ਦੱਸ ਰਹੇ ਸੀ। ਇਹ ਮੰਦਿਰ ਕਿਉਂ ਬਣਵਾਇਆ ਗਿਆ ਸੀਗਾ ਤੁਹਾਡੇ ਪੂਰਵਜਾਂ ਵੱਲੋਂ? ਮੰਦਰ ਇਹ ਜੀ ਕਿ ਸਾਡੇ ਫੋਰਫਾਦਰ ਜੀ ਹਕੀਮ ਪੀਰਬਲਦਾਰ ਜੀ, ਉਹ ਉਹਨਾਂ ਦੀ ਸ਼ਾਦੀ ਹੋਈ, ਇੱਕ ਸ਼ਾਦੀ ਹੋਈ, ਦੋ ਸ਼ਾਦੀ ਹੋਈਆਂ, ਕੋਈ ਔਲਾਦ ਨਾ ਹੋਈ। ਔਲਾਦ ਨਾ ਹੋਈ, ਉਹ ਜਾਟ ਹੋ ਗਏ। ਉਹਨਾਂ ਨੇ ਆਖਿਆ ਵੀ ਹੁਣ ਮੇਰਾ ਰਹਿਣਾ ਇੱਥੇ ਕੀ ਹੈਗਾ ਸੁਸਾਇਟੀ 'ਚ, ਜਦੋਂ ਕੋਈ ਔਲਾਦ ਹੀ ਨਹੀਂ, ਕੋਈ ਕੁਛ ਨਹੀਂ। ਉਹਨਾਂ ਨੇ ਆਪਣਾ ਗ੍ਰਸਤ ਜਿਮ ਛੱਡ ਕੇ ਜੰਗਲਾਂ 'ਚ ਚਲੇ ਗਏ। ਜੰਗਲਾਂ 'ਚ ਪਹੁੰਚ ਗਏ। ਜੰਗਲਾਂ ਦੇ ਕਹਿੰਦੇ ਨੇ ਕਿ ਹਰਿਦੁਆਰ ਦੇ ਅੰਜਨੀ ਬਨਾਂ 'ਚ ਉਹ ਚਲੇ ਗਏ ਸੀ। ਜੀ ਫਿਰ ਉੱਥੋਂ ਪ੍ਰਭੂ ਰਾਮ ਦੇ ਰੂਪ 'ਚ ਇੱਕ ਵੱਡੇ ਮਹਾਤਮਾ ਜੀ ਤਪੱਸਿਆ 'ਚ ਬੈਠੇ ਦੇ ਸੀ, ਜੀ ਔਰ ਉਹਨਾਂ ਨੇ ਉਹਨਾਂ ਕੋਲ ਜਾ ਕੇ ਬੈਠ ਗਏ। ਉਹ ਜਾਨੀ ਜਾਨ ਸੀ ਜਿਹੜੇ ਤਪੱਸਿਆ ਕਰ ਰਹੇ ਸੀ। ਉਹਨਾਂ ਨੇ ਆਖਿਆ ਜਵਾਨ ਤੂੰ ਔਲਾਦ ਵਾਸਤੇ ਆਏ, ਤੂੰ ਦਾ ਸਾਰਾ ਗ੍ਰਸਤ ਜੀਵਨ ਛੱਡ ਕੇ ਤੂੰ ਇੱਧਰ ਆ ਗਿਆ, ਜਾ ਤੂੰ ਵਾਪਸ ਜਾ। ਉਹਨਾਂ ਨੇ ਆਪਣੇ ਨੀਚੋਂ ਕੋਈ ਪੂੜੀ ਦਿੱਤੀ ਜਾਂ ਆਪਣੀ ਘਰ ਵਾਲੀ ਨੂੰ ਖਾ। ਕਹਿੰਦੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਬੇਟੇ ਨੇ। ਉਹਨੇ ਕਿਹਾ ਜਾ ਕੇ ਰਾਮ ਮੰਦਿਰ ਬਣਾਓ, ਰਾਮ ਮੰਦਿਰ ਦੇ ਨਾਲ ਰਾਮਲੀਲਾ ਖੇਲੋ, ਪ੍ਰਭੂ ਰਾਮ ਦਾ ਗੁਣਗਾਨ ਕਰੋ, ਤੁਹਾਡੇ ਚਾਰੋਂ ਬੇਟੇ ਹੋਣਗੇ, ਰਾਮ ਲਕਸ਼ਮਣ ਭਰਤ ਸ਼ਤਰੂਘਨ। ਸਾਡੇ ਫੋਰਫਾਦਰ ਚਾਰ ਭਰਾ ਸੀ ਔਰ ਅਸੀਂ ਉਹਨਾਂ ਦੇ ਖਾਨਦਾਨ 'ਚੋਂ ਹੀ ਹਾਂ ਜੀ। ਹਾਂਜੀ। ਤੇ ਜਸਪਾਲ ਜੀ, ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਖਾਨਦਾਨ ਵਿੱਚੋਂ ਹੀ ਨੇ ਇਹ ਰਾਮ ਦੀ ਪੂਜਾ ਕਰਨ ਵਾਲੇ, ਫਿਰ ਬਾਅਦ ਵਿੱਚ ਰਾਵਣ ਦੀ ਪੂਜਾ ਕਿਵੇਂ ਕਰਨ ਲੱਗ ਪਏ? ਇਹ ਰਾਵਣ ਦੀ ਤਾਂ ਦੁਸ਼ਹਿਰੇ ਵਾਲੇ ਦਿਨ ਜਦੋਂ ਸ਼ਾਮ ਵੇਲੇ ਸੰਸਕਾਰ ਕਰਨ ਦਾ ਟਾਈਮ ਆਉਂਦਾ ਜੀ, ਉਹ ਉਸ ਟਾਈਮ ਕੀਤਾ ਜਾਂਦਾ ਜੀ। ਉਸ ਟਾਈਮ ਇਹ ਕੀ ਕਰਦੇ ਨੇ ਜੀ, ਸੂਰਜ ਦੇ ਛਪਾਅ ਨਾਲ ਤੇ ਮਤਲਬ ਉਹਦੇ ਉੱਪਰ ਸ਼ਰਾਬ ਦੀ ਬੋਤਲ ਲੈ ਕੇ ਉਹਦੇ ਛਿੱਟੇ ਮਾਰ ਦਿੰਦੇ ਨੇ ਤੇ ਬੱਕਰੇ ਦਾ ਕੰਨ ਥੋੜ੍ਹਾ ਜਿਹਾ ਕੱਟ ਕੇ ਉਹਦਾ ਖੂਨ ਦੇ ਛਿੱਟੇ ਲਗਾ ਕੇ ਤੇ ਇਹ ਪਰੰਪਰਾ ਕਰਕੇ ਉਹਦਾ ਇੰਨਾ ਕੁ ਆਰਾਧਨਾ ਕਰਦੇ ਨੇ। ਤੇ ਉਸ ਤੋਂ ਬਾਅਦ ਉਹਦੇ ਉੱਪਰਲੇ ਪਾਸੇ ਅਗਨੀ ਥੋੜੀ ਸੀ ਜਲਾ ਦਿੰਦੇ ਨੇ। ਇੱਕ ਇਹ ਹੋ ਜਾਂਦਾ ਵੀ ਹਾਂ ਦਾਗ ਲਾ ਦਿੱਤਾ ਗਿਆ, ਯਾਨੀ ਅਸੀਂ ਪੂਰਾ ਪੁਤਲਾ ਨਹੀਂ ਫੂਕਦੇ ਇੱਥੇ। ਕਿਉਂ ਨਹੀਂ ਫੂਕਦੇ ਪੂਰਾ ਪੁਤਲਾ? ਪੂਰੇ ਇਹ ਪਹਿਲਾਂ ਤੋਂ ਹੀ ਜਿਹੜੇ ਇਹਨਾਂ ਦੇ ਪ੍ਰਾਚੀਨ ਬ੍ਰਦਰ ਸੀਗੇ ਇਹਨਾਂ ਦੇ ਜੋ ਉਹਨਾਂ ਜਿੱਦਾਂ ਹੀ ਇਹਨਾਂ ਨੇ ਬੁੱਤ ਬਣਾਇਆ ਹੋਇਆ ਜੀ, ਉਹ ਇਹ ਅੱਜ ਦਾ ਨਹੀਂ ਹੈਗਾ ਜੀ। ਇਸ ਤੋਂ ਇਹ ਸੈਂਕੜੇ ਸਾਲ ਪੁਰਾਣਾ ਜੀ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਵਾਕਿਆ ਦੱਸਦਾ ਇੱਕ ਵੀ ਸੈਂਕੜੇ ਸਾਲ ਪੁਰਾਣਾ ਮੈਂ ਉਹ ਦੇਖਿਆ ਜੀ। ਉਹ ਅੱਜ ਤੋਂ 40-45 ਸਾਲ ਹੋ ਗਏ, ਉਹ ਕਿਸੇ ਨੇ ਢਾਹ ਵੀ ਦਿੱਤਾ ਸੀ। ਅੱਛਾ ਜੀ। ਉਹ ਕੀ ਹੋਇਆ ਜੀ, ਇੱਥੇ ਮਤਲਬ ਕਿ ਆਪਣੀ ਧਾਰਨਾ ਹੁੰਦੀ ਆ, ਬੰਦੇ ਦੇ ਮਨ 'ਚ ਆ ਗਿਆ ਵੀ ਸ਼ਾਇਦ ਉਸ ਕਰਕੇ ਨਹੀਂ ਤਰੱਕੀ ਕਰ ਰਿਹਾ ਸਾਡਾ ਪੈਰ। ਦੁਸ਼ਹਿਰੇ ਵਾਲੇ ਦਿਨ ਰਾਤ ਨੂੰ, ਉਸੇ ਰਾਤ ਨੂੰ ਉਹਨਾਂ ਨੇ ਇਸ ਨੂੰ ਢਾਹ ਦਿੱਤਾ। ਦੂਸਰੇ ਦਿਨ ਸਾਨੂੰ ਪਤਾ ਲੱਗਿਆ, ਮੈਂ ਉਦੋਂ ਪੜ੍ਹਦਾ ਸੀ, ਤਾਂ ਇੱਥੇ ਸਾਰੇ ਪੈਲ 'ਚ ਰੌਲਾ ਪੈ ਗਿਆ। ਇਹਨਾਂ ਦੇ ਬਜ਼ੁਰਗਾਂ ਨੇ ਇੱਥੇ ਪਹੁੰਚ ਕਰੀ ਵੀ ਇਹ ਕਿਹਨੇ ਕਰਿਆ, ਪੁਲਿਸ ਸਟੇਸ਼ਨ ਵੀ ਗਏ, ਲੇਕਿਨ ਇਹ ਸੱਚਾਈ ਹੈ ਜੀ, ਇਹਨਾਂ ਦੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਤਾਂ ਇਹਨਾਂ ਦੇ ਉਰੇ ਬਜ਼ੁਰਗ ਸੀਗੇ ਰਾਮਾਕਾਂਤ ਜੀ ਦੁੱਬੇ ਜੀ। ਰਾਮਾਕਾਂਤ ਜੀ ਦੁੱਬੇ ਨੇ ਫਿਰ ਸ਼੍ਰੀਲੰਕਾ ਨੂੰ ਟੈਲੀਗ੍ਰਾਮ ਕੀਤੀ। ਉੱਥੇ ਪ੍ਰਧਾਨ ਮੰਤਰੀ ਸੀਗੇ ਭੰਡਾਰ ਨਾਇਕਾ ਜੀ। ਜੀ।
ਉਹਨਾਂ ਨੂੰ ਟੈਲੀਗ੍ਰਾਮ ਕਰਦੇ ਭੰਡਾਰ ਨਾਇਕਾ ਜੀ ਨੇ ਇੱਥੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਕਿਹਾ, ਜੀ। ਉਹ ਪ੍ਰਧਾਨ ਮੰਤਰੀ ਸੀਗੇ। ਇੰਦਰਾ ਗਾਂਧੀ ਜੀ ਨੇ ਇੱਥੇ ਗਿਆਨੀ ਜੈਲ ਸਿੰਘ ਜੀ ਨੂੰ ਕਿਹਾ, ਉਹ ਮੁੱਖ ਮੰਤਰੀ ਸੀਗੇ ਜੀ। ਹੂੰ ਗਿਆਨੀ ਜੈਲ ਸਿੰਘ ਜੀ ਨੇ ਸਾਡੇ ਡੀਸੀ ਸਾਹਿਬ ਨੂੰ ਕਿਹਾ ਵੀ ਇਹ ਜੋ ਵੀ ਉਪਰਾਲਾ ਹੈਗਾ ਇਹ ਸਾਨੂੰ ਦੱਸੋ ਕੀ ਸੱਚਾਈ ਹੈ। ਉਹਨਾਂ ਦੇ ਫਿਰ ਕਹਿਣ ਦੇ ਉੱਤੇ ਫਿਰ ਇਹਨਾਂ ਨੇ ਉਹ ਜਿਨ੍ਹਾਂ ਨੇ ਇਹ ਕੰਮ ਕਰਿਆ ਸੀ ਉਹ ਬੰਦੇ ਵੀ ਬੁਲਾਏ ਗਏ ਇੱਥੇ ਮੰਦਿਰ 'ਚ ਆ ਕੇ, ਉਹਨਾਂ ਨੇ ਫਿਰ ਮਾਫੀ ਵੀ ਮੰਗੀ ਤੇ ਇਹਨਾਂ ਦੇ ਨਾਲ ਫਿਰ ਰਾਜੀਨਾਮਾ ਕਰਿਆ ਇਸ ਬਣਾ 'ਤੇ ਵੀ ਚਲੋ ਸਾਡੇ ਤੋਂ ਗਲਤੀ ਹੋ ਗਈ, ਅਸੀਂ ਬਣਵਾ ਦਿੰਦੇ ਹਾਂ। ਹੂੰ ਉਹਨਾਂ ਨੇ ਹੀ ਫਿਰ ਇਹ ਦੁਬਾਰਾ ਬਣਵਾ ਕੇ ਦਿੱਤਾ। ਇਹ ਬੁੱਤ ਜਿਹੜਾ ਦੁਬਾਰਾ ਬਣਿਆ, ਹਾਂਜੀ ਪਹਿਲਾਂ ਤਾਂ ਇਹ ਮੰਦਿਰ ਦਾ ਨਿਰਮਾਣ ਹੋਇਆ ਸੀਗਾ, ਸ਼ੁਰੂਆਤ ਇਸ ਮੰਦਿਰ ਤੋਂ ਹੋਈ ਸੀ, ਫਿਰ ਰਾਵਣ ਦਾ ਬੁੱਤ ਕਿਉਂ ਬਣਾਇਆ ਗਿਆ ਬਾਹਰ? ਉਹ ਜਦੋਂ ਇਹ ਰਾਮਲੀਲਾ ਕਰਦੇ ਸੀਗੇ, ਹਾਂਜੀ ਰਾਮਲੀਲਾ ਕਰਨ ਦੇ ਨਾਲ ਫਿਰ ਦੁਸ਼ਹਿਰੇ ਵਾਲੇ ਦਿਨ ਲੋੜ ਪੈਂਦੀ ਸੀ ਰਾਵਣ ਦਿਖਾਉਣ ਦੀ, ਇਸ ਕਰਕੇ ਇਹਨਾਂ ਨੇ ਕਿਹਾ ਵੀ ਬਾਰ-ਬਾਰ ਕਿੱਥੇ ਪੁਤਲਾ ਬਣਾਇਆ ਕਰਾਂਗੇ ਆਪਾਂ। ਇਹਨਾਂ ਨੇ ਪ੍ਰਾਚੀਨ ਇਹ ਪੱਕਾ ਹੀ ਬਣਾਇਆ ਹੋਇਆ। ਅੱਛਾ ਜੀ, ਪਰ ਇਸ ਦੀ ਪੂਜਾ ਕੀਤੀ ਜਾਂਦੀ, ਇਸ ਨੂੰ ਜਲਾਇਆ ਨਹੀਂ ਜਾਂਦਾ। ਹਾਂਜੀ ਜਲਾਇਆ ਨਹੀਂ ਜਾਂਦਾ। ਉਹ ਮਤਲਬ ਉਹ ਇੱਕ ਤਰ੍ਹਾਂ ਦੀ ਉਹ ਤੁਹਾਨੂੰ ਜਿਵੇਂ ਦੱਸਿਆ ਦੁਸ਼ਹਿਰੇ ਦਿਨ ਰਾਤ ਨੂੰ ਸੂਰਜ ਦੇ ਛਪਾ ਦੇ ਨਾਲ ਉਹ ਇੰਨਾ ਕੁ ਕੰਮ ਕਰ ਦਿੱਤਾ ਜਾਂਦਾ, ਉਹਦੀ ਆਰਾਧਨਾ ਵੀ ਹੋ ਜਾਂਦੀ ਹੈ ਇਹਨਾਂ ਤੋਂ ਤੇ ਉਹ ਅਗਨੀ ਭੇਟ ਵੀ ਕਰ ਦਿੰਦੇ ਨੇ। ਤੇ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਈਆਂ ਨੇ ਵਿਰੋਧ ਕੀਤਾ, ਹੁਣ ਨਹੀਂ ਇਦਾਂ ਕੋਈ ਵਿਰੋਧ ਕਰਦਾ ਹੈਗਾ? ਨਹੀਂ, ਉਸ ਤੋਂ ਬਾਅਦ ਫਿਰ ਕੰਮ ਪੈ ਗਿਆ ਜ਼ਿਆਦਾ ਜੀ। ਉਹਨਾਂ ਦੇ ਕਹਿਣ ਦੇ ਨਾਲ ਨਾ ਜੀ, ਨਾ ਹੁਣ ਕੋਈ ਨਹੀਂ ਕਰਦਾ ਜੀ। ਉਸ ਟਾਈਮ ਸੀਗਾ ਉਹ ਚੀਜ਼ ਖਤਮ ਹੋ ਗਈ ਹੁਣ, ਕਿਉਂਕਿ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਨੇਕੀ ਬਦੀ ਦਾ ਉਹ ਹੈ ਵੀ ਰਾਵਣ ਜੀ ਨਾਲ ਤਾਂ ਕਰ ਰਹੇ ਆ, ਮਤਲਬ ਲੋਕਾਂ ਦੇ ਵਿੱਚ ਵੀ ਅੱਜ ਕੱਲ੍ਹ ਬਹੁਤ ਰਾਵਣ ਬੈਠੇ ਨੇ, ਤੁਹਾਡੇ ਸਾਹਮਣੇ ਹੀ ਆ, ਹੇਠੋਂ ਲੈ ਕੇ ਉੱਤੇ ਤੱਕ। ਆਪਾਂ ਉਹ ਆਪਣੇ ਅੰਦਰਲਾ ਤਾਂ ਖਤਮ ਨਹੀਂ ਕਰਦੇ। ਇਹਨੂੰ ਸਮਾਂ ਇਹ ਤੋਂ ਤਾਂ ਆਪਾਂ ਨੂੰ ਆਏ ਸਾਲ ਆਪਾਂ ਰਾਮਲਾ ਦੇਖਦੇ ਹਾਂ। ਮੈਂ ਤਾਂ ਇਹ ਕਹਿੰਦਾ ਵੀ ਕੋਈ ਨਾ ਕੋਈ ਪ੍ਰੇਰਨਾ ਲੈਣੀ ਚਾਹੀਦੀ ਆ, ਉਹ 'ਤੇ ਕੋਈ ਅਮਲ ਕਰਨਾ ਚਾਹੀਦਾ। ਅਮਲ ਕੋਈ ਨਹੀਂ ਕਰਦਾ, ਅਮਲ ਕਰਨਾ ਚਾਹੀਦਾ ਤਾਂ ਕਿ ਨੇਕੀ ਬਹਾਲ ਰਹੇ, ਇਹ ਚੀਜ਼। ਜੀ, ਤੇ ਇਹਨਾਂ ਦਾ ਇਹ ਮੰਨਣਾ ਹੈ ਕਿ ਰਾਵਣ ਦਾ ਜਿਹੜਾ ਬੁੱਤ ਹੈ ਨੂੰ ਹਰ ਸਾਲ ਨਹੀਂ ਜਲਾਉਣਾ ਚਾਹੀਦਾ, ਬਲਕਿ ਸਿੱਖਿਆ ਲੈਣੀ ਚਾਹੀਦੀ ਹੈ ਹਰ ਇੱਕ ਇਤਿਹਾਸ ਤੋਂ, ਤੇ ਉਸ ਤੋਂ ਕੁਝ ਨਾ ਕੁਝ ਕਿਉਂਕਿ ਸਾਨੂੰ ਸਿੱਖਣ ਨੂੰ ਮਿਲਦਾ ਰਹਿੰਦਾ। ਜਿਸ ਮੰਦਿਰ ਦੀ ਗੱਲ ਕਰੀਏ, ਇਸ ਮੰਦਿਰ ਦੀ ਹੋਰ ਕੀ ਮਾਨਤਾ ਹੈਗੀ ਹੈ? ਇਸ ਮੰਦਿਰ ਦੀ ਤਾਂ ਮਤਲਬ ਇਹੀ ਹੈ ਜੀ, ਮਤਲਬ ਜੇ ਸ਼ੁੱਧ ਮਨ ਦੇ ਨਾਲ ਕੋਈ ਵੀ ਬੰਦਾ ਆ ਕੇ ਇੱਥੇ ਕੋਈ ਸੁੱਖਣਾ ਸੁੱਖਦਾ, ਜਿਹਦੇ ਔਲਾਦ ਨਹੀਂ ਹੁੰਦੀ ਜਾਂ ਕੋਈ ਘਰ ਸੁੱਖ ਸ਼ਾਂਤੀ ਨਹੀਂ ਹੈ, ਤਾਂ ਉਹ ਪੂਰੀ ਹੁੰਦੀ ਹੈ ਜੀ ਇੱਥੇ। ਜੀ, ਐਸੀ ਬਾਤ ਨਹੀਂ ਹੈ। ਤਾਂ ਬਾਕੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਮਤਲਬ ਰਾਵਣ ਬਾਰੇ, ਰਾਵਣ ਦੇ ਦੇਖੋ ਤੁਸੀਂ ਆਪ ਹੀ ਦੱਸ ਦਿਓ ਵੀ ਜਲਾਉਣ ਦੇ ਨਾਲ ਕੀ ਹੋ ਜਾਊਗਾ, ਇੱਕ ਪ੍ਰਦੂਸ਼ਣ ਹੀ ਫੈਲੂਗਾ। ਜੀ ਜੀ ਜੀ, ਜੇ ਇਸ ਤੋਂ ਵੱਧ ਕੋਈ ਗੱਲ ਹੈ ਮੈਨੂੰ ਦੱਸ ਦਿਓ। ਤੇ ਦੂਸਰਾ ਕਿੰਨਾ ਪੈਸੇ ਦਾ ਵੀ ਨੁਕਸਾਨ, ਤੇ ਨਾਲੇ ਇਸ ਤੋਂ ਇਲਾਵਾ ਸਾਡੇ ਸ਼ਹਿਰ ਦੀ ਇੱਕ ਦਾਸਤਾਨ ਬਣੀ ਹੋਈ ਹੈ ਇਹ ਮੁੱਢ ਤੋਂ ਹੀ। ਹਾਂ, ਇੱਥੇ ਲੋਕ ਬਾਹਰੋਂ ਦੁਨੀਆ ਦੇਖਣ ਆਉਂਦੀ ਹੈ ਵੀ ਹਾਂ ਉੱਥੇ ਰਾਵਣ ਦਾ ਬੁੱਤ ਬਣਿਆ ਹੋਇਆ, ਜਦ ਕਿ ਕਿਤੇ ਨਹੀਂ ਹੈ। ਤਾਂ ਇਸ ਦੇ ਨਾਲ ਹੀ ਮੈਂ ਰਿਸ਼ੀ ਵਾਲਮੀਕ ਜੀ ਦਾ ਬਹੁਤ ਨਮਨ ਕਰਦਾ, ਕਿਉਂਕਿ ਉਹਨਾਂ ਨੇ ਕਿੰਨੇ ਸਾਲ ਪਹਿਲਾਂ ਹੀ ਰਮਾਇਣ ਲਿਖ ਕੇ ਰੱਖਤੀ ਸੀ। ਬਹੁਤ ਵੱਡੇ ਵਿਦਵਾਨ ਸੀ ਉਹ, ਮੈਂ ਉਹਨਾਂ ਨੂੰ ਨਮਨ ਕਰਦਾ। ਤੇ ਜਿਸ ਕਰਕੇ ਰਾਮ ਚੰਦਰ ਜੀ ਵੀ ਇਹਨਾਂ ਨੂੰ ਮੰਨਦੇ ਸੀ ਵੀ ਹਾਂ ਇਹ ਬ੍ਰਾਹਮਣ ਨੇ। ਜਿਸ ਵੇਲੇ ਇਹਨਾਂ ਦਾ ਅੰਤ ਹੋਇਆ ਜੀ, ਉਸ ਵੇਲੇ ਰਾਮ ਚੰਦਰ ਜੀ ਨੇ ਆਪਣੇ ਭਰਾ ਲਕਸ਼ਮਣ ਜੀ ਨੂੰ ਕਿਹਾ ਸੀ ਵੀ ਇਹਨਾਂ ਤੋਂ ਸਿੱਖਿਆ ਲੈ ਲਾ। ਤਾਂ ਰਾਮ ਚੰਦਰ ਜੀ ਜਾ ਕੇ ਖੜ ਗਏ। ਤਾਂ ਫਿਰ ਰਾਮ ਜੀ ਨੇ ਕਿਹਾ ਸੀ ਵੀ ਪੈਰਾਂ ਕਰਨੀ ਖੜ। ਫਿਰ ਉਹ ਪੈਰਾਂ ਕਰਨੀ ਹੱਥ ਜੋੜ ਕੇ ਖੜੇ ਵੀ ਸਾਨੂੰ ਸਿੱਖਿਆ ਦਿਓ ਕੋਈ। ਜੀ, ਤਾਂ ਇਹਨਾਂ ਨੇ ਸਿੱਖਿਆ ਦਿੱਤੀ ਸੀ ਵੀ ਘਰ ਦਾ ਭੇਤੀ ਲੰਕਾ ਢਾਏ, ਵੀ ਅਗਰ ਮੇਰਾ ਭਰਾ ਤੁਹਾਡੇ ਨਾਲ ਜਾ ਕੇ ਰਲਿਆ ਤਾਂ ਤੁਸੀਂ ਮੇਰਾ ਵੱਧ ਕਰ ਸਕੇ, ਵਰਨਾ ਮੇਰਾ ਵੱਧ ਨਹੀਂ ਸੀ ਹੋ ਸਕਦਾ। ਜੀ, ਉੱਥੋਂ ਹੀ ਸਾਨੂੰ ਪ੍ਰੇਰਿਤ ਹੋਣਾ ਚਾਹੀਦਾ। ਸਾਨੂੰ ਵੀ ਘਰ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਣੀ ਚਾਹੀਦੀ ਹੈ। ਹਰੇਕ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਹਰੇਕ ਘਰ ਦੇ ਵਿੱਚ ਇਹੀ ਹਾਲ ਹੈ, ਹੇਠ ਉੱਤੇ ਤੱਕ। ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਵੀ ਹਰੇਕ ਸਾਲ ਆਪਾਂ ਦੇਖਦੇ ਹਾਂ ਰਾਮਲੀਲਾ, ਇਹਦੇ ਕੋਈ ਨਾ ਕੋਈ ਅਮਲ ਕਰਨਾ ਚਾਹੀਦਾ, ਤਾਂ ਕਿ ਆਪਾਂ ਸੁੱਖ ਸ਼ਾਂਤੀ ਨਾਲ ਆਪਣਾ ਘਰ ਵੀ ਚਲਾ ਸਕੀਏ, ਆਪਣਾ ਦੇਸ਼ ਵੀ ਚਲਾ ਸਕੀਏ, ਤਾਂ ਕਿ ਸਭ ਪਾਸੇ ਸੁੱਖ ਸ਼ਾਂਤੀ ਹੋਵੇ। ਜੈ ਸ਼੍ਰੀ ਰਾਮ। ਮੰਦਿਰ ਦੀ ਗੱਲ ਕਰੀਏ, ਸਾਰਾ ਇਤਿਹਾਸ ਤੁਹਾਨੂੰ ਦੱਸਿਆ ਕਿ ਕਿਵੇਂ ਕਿਵੇਂ ਸਾਰਾ ਕੁਝ ਹੋਇਆ, ਤੇ ਇਸੇ ਦੇ ਚੱਲਦਿਆਂ ਅੱਜ ਇੱਥੇ ਇੱਕ ਪਾਸੇ ਅੰਦਰ ਰਾਮ ਮੰਦਿਰ ਹੈ ਤੇ ਉਹਦੇ ਹੀ ਸਾਹਮਣੇ ਬਾਹਰ ਇੱਕ ਰਾਵਣ ਦਾ ਬਹੁਤ ਵੱਡਾ ਬੁੱਤ ਹੈ, ਜਿੱਥੇ ਕਿ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਤੇ ਅਗਨ ਦਹਨ ਦੇ ਨਾਮ ਤੇ ਇੱਕ ਛੋਟਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਅਗਨੀ ਛੋਟੀ ਜਿਹੀ ਲਗਾ ਦਿੱਤੀ ਜਾਂਦੀ ਹੈ, ਤਾਂ ਜੋ ਪੂਰਾ ਸਟੈਚੂ ਜਿਹੜਾ ਨਾ ਜਲੇ ਤੇ ਜਿਹੜੀ ਮਰਿਆਦਾ ਹੈ ਉਹ ਵੀ ਬਣੀ ਰਵੇ, ਤੇ ਦੂਸਰੇ ਪਾਸੇ ਲੋਕਾਂ ਨੂੰ ਇੱਕ ਨਵਾਂ ਮੈਸੇਜ ਦਿੱਤਾ ਜਾ ਸਕੇ ਕਿ ਹਰ ਸਾਲ ਇਹਨੂੰ ਜਲਾਉਣ ਦੀ ਜਗ੍ਹਾ ਇਸ ਤੋਂ ਸਿੱਖਿਆ ਲੈਣ ਦੀ ਵੀ ਜ਼ਰੂਰਤ ਹੈ। ਸੋ
ਇਸੇ ਦੇ ਚੱਲਦੇ ਹਾਂ ਅੱਜ ਅਸੀਂ ਪਾਇਲ ਪਿੰਡ ਦੇ ਵਿੱਚ ਪਹੁੰਚੇ ਸੀ, ਜਿੱਥੇ ਅਸੀਂ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਕਿਉਂ ਇੱਥੇ ਰਾਵਣ ਨੂੰ ਨਹੀਂ ਜਲਾਇਆ ਜਾਂਦਾ, ਕਿਉਂ ਇੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਤੇ ਇੱਥੋਂ ਦੇ ਲੋਕਾਂ ਦਾ ਕੀ ਮੰਨਣਾ ਹੈ। ਇੱਥੋਂ ਦੇ ਲੋਕਾਂ ਦਾ ਇਹੀ ਮੰਨਣਾ ਹੈ ਕਿ ਜੇਕਰ ਆਪਾਂ ਹਰ ਸਾਲ ਲੱਖਾਂ ਰਾਵਣ ਜਲਾਉਂਦੇ ਹਾਂ ਤਾਂ ਉਸ ਦੇ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਫੈਲਦਾ ਹੈ, ਜਿਸ ਤੋਂ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਇਸੇ ਦੇ ਚੱਲਦਿਆਂ ਰਾਵਣ ਨੂੰ ਹਰ ਸਾਲ ਜਲਾਉਣ ਦੀ ਜਗ੍ਹਾ ਉਸ ਤੋਂ ਸਿੱਖਣ ਦੀ ਲੋੜ ਹੈ। ਇਸੇ ਕਰਕੇ ਇਸ ਪਿੰਡ ਦੇ ਵਿੱਚ ਰਾਵਣ ਨਹੀਂ ਜਲਾਇਆ ਜਾਂਦਾ। ਸੋ ਅੱਜ ਦੀ ਇਸ ਕਹਾਣੀ ਵਿੱਚ ਬਸ ਇੰਨਾ ਹੀ। ਤੁਸੀਂ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਵਧੇਰੇ ਜਾਣਕਾਰੀ ਦੇ ਲਈ ਸਬਸਕ੍ਰਾਈਬ ਕਰ ਸਕਦੇ ਹੋ ਸਾਡਾ YouTube ਚੈਨਲ ਤੇ ਨਾਲ ਹੀ ਲਾਈਕ ਕਰੋ Facebook ਪੇਜ ਵੀ। ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਆਪਣੀ ਰਾਏ ਤੇ ਨਾਲ ਹੀ ਉਹ ਮੁੱਦੇ ਜਿਨ੍ਹਾਂ ਤੇ ਤੁਸੀਂ ਵਿਚਾਰ ਚਰਚਾ ਕਰਨਾ ਚਾਹੁੰਦੇ ਹੋ, ਕਿਉਂਕਿ ਤੁਹਾਡੀ ਰਾਏ ਸਾਡੇ ਲਈ ਬੇहद ਮਾਇਨੇ ਰੱਖਦੀ ਹੈ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ ਤੇ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।